ਇੱਥੇ ਸਾਰੇ ਹਾਜ਼ਰੀਨ ਨੂੰ ਮੈਂ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਜਿਹੜਾ ਇਹ ਇਕੱਠ ਹੈ ਕਿਸਾਨ ਮੰਗਾਂ ਦੇ ਸੰਬੰਧ ਦੇ ਵਿੱਚ ਉਹਨਾਂ ਦੇ ਸਹਿਯੋਗ ਦੇ ਲਈ ਇੱਥੇ ਸਾਰੇ ਪੰਜਾਬ ਦੇ ਵਾਰਸ, ਪੰਜਾਬ ਦੇ ਦਰਦੀ ਇੱਥੇ ਇਕੱਤਰ ਹੋਏ ਨੇ। ਮੇਰਾ ਇੱਥੇ ਆਉਣ ਦਾ ਸਬੱਬ ਇਹ ਹੈ ਕਿ ਖਾਲਸਾ ਪੰਥ ਦਾ ਇੱਕ ਵਿਰਧ ਹੈ ਕਿ ਗਰੀਬ ਦੀ ਰੱਖਿਆ ਕਰਨੀ ਤੇ ਜਰਬਾਣੇ ਦੀ ਭਖਿਆ ਕਰਨੀ। ਅੱਜ ਕਿਸਾਨ ਹੈ ਜਿਹੜਾ ਉਹ ਗਰੀਬ ਤੇ ਨਿਤਾਣਾ ਜਿਹਦਾ ਸ਼ੋਸ਼ਣ ਹੋ ਰਿਹਾ ਹੈ, ਤੇ ਜਿਹੜਾ ਜਰਬਾਣਾ ਉਹ ਦਿੱਲੀ ਤਖਤ ਦਾ ਹਾਕਮ ਹੈ ਜਿਹਦੀ ਭਖਿਆ ਕਰਨੀ ਸਾਡਾ ਨੈਤਿਕ ਫਰਜ਼ ਬਣਦਾ। ਤੇ ਉਸ ਸੱਚੇ ਪਾਤਸ਼ਾਹ ਦੇ ਲਾਏ ਫਰਜ਼ ਦੇ ਪ੍ਰਥਾਏ ਮੈਂ ਇੱਥੇ ਤੁਹਾਡੇ ਵਿੱਚ ਹਾਜ਼ਰ ਹੋਇਆ। ਜਿੱਥੋਂ ਤੱਕ ਕਿਸਾਨੀ ਮਸਲੇ ਦਾ ਸੰਬੰਧ ਹੈ, ਇਹ ਕੋਈ ਇਸ 3 ਬਿੱਲਾਂ ਦੇ ਨਾਲ ਇਹ ਮਸਲਾ ਨਹੀਂ ਸ਼ੁਰੂ ਹੋਇਆ ਹੈ। ਇਹ ਮਸਲਾ ਜਦੋਂ ਇਸ ਹਿੰਦੁਸਤਾਨ ਦੇ ਵਿੱਚ ਪੰਜਾਬ ਦੀ ਧਰਤੀ ਦੇ ਉੱਤੇ ਅੰਗਰੇਜ਼ ਹਾਕਮ ਆਇਆ ਹੈ, ਉਸ ਵੇਲੇ ਤੋਂ ਜਿਹੜਾ ਕਿਸਾਨੀ ਦਾ ਇਹ ਮਸਲਾ ਸ਼ੁਰੂ ਹੋਇਆ। ਕਿਉਂਕਿ ਅੰਗਰੇਜ਼ ਹਾਕਮ ਨੇ ਆਪਣੇ ਜਿਹੜੇ ਉਹਨਾਂ ਦੇ ਬਸਤੀਵਾਦੀ ਜਿਹੜੀ ਉਹਨਾਂ ਦੀ ਥਿਊਰੀ ਸੀਗੀ, ਉਹਦੇ ਵਿੱਚ ਪੰਜਾਬ ਦੇ ਨੈਚੁਰਲ ਰਿਸੋਰਸਿਸ ਤੋਂ, ਕੁਦਰਤੀ ਸਰੋਤਾਂ ਤੋਂ ਲੁੱਟਣ ਤੋਂ ਇਹ ਸ਼ੁਰੂ ਹੋਈ ਆ। ਔਰ ਇਹ ਪੰਜਾਬ ਦੇ ਸ਼ੋਸ਼ਣ ਦੀ ਕਹਾਣੀ, ਕਿਸਾਨਾਂ ਦੇ ਸ਼ੋਸ਼ਣ ਦੀ ਕਹਾਣੀ 47 ਦੇ ਵਿੱਚ ਸੱਤਾ ਦੇ ਪਰਿਵਰਤਨ ਤੋਂ ਬਾਅਦ ਵੀ ਰੁਕੀ ਨਹੀਂ ਹੈ। ਤੇ ਅੱਜ ਇਹ ਸ਼ੋਸ਼ਣ ਇਸ ਹੱਦ ਤੱਕ ਪਹੁੰਚ ਗਿਆ ਹੋਇਆ ਕਿ ਨਾ ਪੰਜਾਬ ਦਾ ਕਿਸਾਨ ਬਚਦਾ ਦਿਸ ਰਿਹਾ ਤੇ ਨਾ ਪੰਜਾਬ ਬਚਦਾ ਦਿਸ ਰਿਹਾ। ਕਿਉਂਕਿ ਇੱਕ ਨੁਕਤਾ ਤਾਂ ਸਾਡੇ ਸਾਹਮਣੇ ਇਹ ਹੈ ਕਿ ਇਸ ਕਾਨੂੰਨ ਆਉਣ ਦੇ ਨਾਲ ਕਿਸਾਨਾਂ ਦੀ ਆਰਥਿਕ ਤੌਰ ਦੇ ਉੱਤੇ ਬਹੁਤ ਭਾਰੀ ਲੁੱਟ ਹੋਏਗੀ ਤੇ ਕਿਸਾਨੀ ਆਰਥਿਕ ਤੌਰ ਤੇ ਬਿਲਕੁਲ ਤਬਾਹ ਹੋ ਜਾਏਗੀ। ਇੱਕ ਤਾਂ ਇਹ ਨੁਕਤਾ ਜਿਹਦੇ ਲਈ ਅਸੀਂ ਲੜ ਰਹੇ ਹਾਂ, ਪਰ ਦੂਸਰਾ ਨੁਕਤਾ ਪੰਜਾਬ ਦੇ ਵਿੱਚ ਇਕੋਲੋਜੀ ਦਾ ਵੀ ਹੈਗਾ ਕਿ ਪੰਜਾਬ ਦੀ ਖੇਤੀ ਇਸ ਮਾਡਲ ਦੇ ਚੱਲਦਿਆਂ ਉੱਥੇ ਪਹੁੰਚ ਗਈ ਆ ਕਿ ਜਿਹਦੇ ਵਿੱਚ ਸ਼ਾਇਦ ਖੇਤੀ ਜਿਸ ਤਰੀਕੇ ਦੀ ਆਪਾਂ ਕਰਦੇ ਉਹ ਲੰਬਾ ਟਾਈਮ ਨਾ ਚੱਲੇ। ਸੋ ਪੰਜਾਬ ਦੇ ਵਿੱਚ ਦੋ ਜੁੜਵੇਂ ਮੁੱਦੇ ਨੇ, ਇਕਨੋਮੀ ਦਾ ਵੀ ਤੇ ਇਕੋਲੋਜੀ ਦਾ ਵੀ। ਸੋ ਇਸ ਮੁੱਦਿਆਂ ਦੇ ਹੱਲ ਦੇ ਬਾਰੇ ਮੈਂ ਤੁਹਾਡੇ ਨਾਲ 2-4 ਬੇਨਤੀਆਂ ਕਰਨੀਆਂ ਕਿ ਜਿਹੜੀਆਂ ਕਿਸਾਨੀ ਦੀਆਂ ਸਮੱਸਿਆਵਾਂ ਨੇ, ਚਾਹੇ ਇਕਨੋਮਿਕਸ ਦੀ ਆ ਚਾਹੇ ਇਕੋਲੋਜੀ ਦੀ ਆ, ਉਹ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਉਹਦੇ ਪੀੜਤ ਹਾਂ ਸਾਰੇ। ਕਿ ਖੇਤੀ ਦੇ ਵਿੱਚੋਂ ਅੱਜ ਕੱਲ੍ਹ ਕੁਛ ਵੀ ਲਾਹੇਵੰਦ ਰੇਟ ਨਹੀਂ ਮਿਲ ਰਿਹਾ ਹੈ, ਜਿਹਦੇ ਕਰਕੇ ਇੱਥੋਂ ਐਡੀ ਵੱਡੇ ਪੱਧਰ ਦੇ ਉੱਤੇ ਮਾਈਗ੍ਰੇਸ਼ਨ ਹੋ ਗਈ ਹੈ। ਸੋ ਮਸਲਾ ਹੱਲ ਦਾ ਵੀ ਹੱਲ ਕਿਆ ਹੋਏ ਇਸ ਗੱਲ ਦਾ। ਜਿੰਨੀ ਮੈਨੂੰ ਜਾਣਕਾਰੀ ਆ ਉਹ ਇਹ ਹੈ ਕਿ 1972 ਤੋਂ ਜਦੋਂ ਤੋਂ ਕਿਸਾਨ ਯੂਨੀਅਨ ਬਣੀ ਆ, ਮਈ 1972 ਤੋਂ ਲੈ ਕੇ ਕਿਸਾਨ ਯੂਨੀਅਨ ਦਾ ਇੱਕ ਨਿਕਾਤੀ ਪ੍ਰੋਗਰਾਮ ਰਿਹਾ ਹੈ ਕਿ ਘੱਟੋ ਘੱਟ ਸਮਰਥਨ ਮੁੱਲ ਹੈ ਜਿਹੜਾ ਉਹ ਸਹੀ ਮਿਲੇ, ਉਹਨੂੰ ਹੋਲਸੇਲ ਪ੍ਰਾਈਸ ਦੇ ਨਾਲ ਜੋੜਿਆ ਜਾਏ। ਉਦੋਂ ਬਾਅਦ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਆ ਗਈ, ਉਹਦੇ ਵਿੱਚ ਉਹਨਾਂ ਨੇ ਕਹਿਤਾ ਕਿ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਹੈ ਉਹ C2 ਪਲੱਸ 50% ਫਾਰਮੂਲੇ ਦੇ ਨਾਲ ਮਿਲੇ। ਬਟ ਅੱਜ ਤੱਕ 1972 ਤੋਂ ਲੈ ਕੇ ਅੱਜ ਤੱਕ ਕਦੋਂ ਵੀ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਹੈ ਉਹ ਸਾਨੂੰ ਲਾਹੇਵੰਦ ਨਹੀਂ ਮਿਲਿਆ ਹੈ। ਇੱਕ ਨਿਕਾਤੀ ਪ੍ਰੋਗਰਾਮ ਦੇ ਉੱਤੇ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਇੰਨਾ ਲੰਬਾ ਟਾਈਮ ਲੜਾਈ ਲੜਦੀਆਂ ਆਈਆਂ ਨੇ। ਸੋ ਹੁਣ ਸਾਡੇ ਲਈ ਇਹ ਸੋਚਣ ਦੀ ਘੜੀ ਆ ਕਿ ਜਿਸ ਮੰਗ ਦੇ ਲਈ ਕਿਸਾਨ ਯੂਨੀਅਨਾਂ ਨੇ ਪਹਿਲਾਂ ਵੀ ਬੜੀਆਂ ਲਾਮਿਸਾਲ ਸੰਘਰਸ਼ ਲੜੇ ਨੇ, ਐਜੀਟੇਸ਼ਨ ਲੜੇ ਨੇ, ਤੇ ਉਹ ਮੰਗ ਮੰਨੀ ਨਹੀਂ ਗਈ। ਜਿਸ ਮੰਗ ਦੇ ਲਈ ਅੱਜ ਅਸੀਂ ਦੁਬਾਰਾ ਐਜੀਟੇਸ਼ਨ ਕਰ ਰਹੇ ਹਾਂ, ਦੁਬਾਰਾ ਸੜਕਾਂ ਤੇ ਹਾਂ, ਕਿਆ ਅੱਜ ਸਟੇਟ ਉਹ ਗੱਲ ਸਾਡੀ ਮੰਨ ਲੇਗੀ ਜੇ ਪਹਿਲਾਂ 1972 ਤੋਂ ਲੈ ਕੇ ਨਹੀਂ ਮੰਨੀ?
ਸੋ ਐਜੀਟੇਸ਼ਨ ਲੜਨ ਦੇ ਲਈ, ਇਸ ਨੁਕਤੇ ਦੇ ਹੱਲ ਦੇ ਲਈ ਸ਼ਾਇਦ ਸਾਨੂੰ ਜਿਹੜੇ ਸਟੇਟ ਦੇ ਨਾਲ, ਦਿੱਲੀ ਤਖਤ ਦੇ ਨਾਲ ਜਿਹੜਾ ਕਿਸਾਨੀ ਦੇ ਸਾਰੇ ਮਸਲਿਆਂ ਦੇ ਸੰਬੰਧ 'ਚ ਫੈਸਲੇ ਲੈਂਦਾ ਹੈ, ਉਹਦੇ ਬਾਰੇ ਜ਼ਰੂਰ ਸਮਝਣ ਦੀ ਲੋੜ ਹੈ, ਤਾਂ ਕਰਕੇ ਸਾਡਾ ਜਿਹੜਾ ਸੰਘਰਸ਼ ਹੈ ਉਹ ਸਹੀ ਦਿਸ਼ਾ ਦੇ ਵਿੱਚ ਜਾ ਸਕੇ। ਅੱਜ ਤੱਕ ਜਿਹੜੇ ਲਾਹੇਵੰਦ ਰੇਟ ਨੇ ਕਿਸਾਨੀ ਨੂੰ, ਹਾਲਾਂਕਿ ਕਿਸਾਨੀ ਸਾਰੀ ਤਬਾਹੀ ਹੋਣ ਦੇ ਕੰਢੇ ਤੇ ਆ ਗਈ, ਉਹ ਕਿਉਂ ਨਹੀਂ ਮਿਲੇ? ਜਿੰਨਾ ਟਾਈਮ ਤੱਕ ਸਾਨੂੰ ਇਸ ਗੱਲ ਦੀ ਸਮਝ ਨਹੀਂ ਹੈ ਤਾਂ ਸਾਡੀ ਲੜਾਈ ਅੱਗੇ ਕਿਸੇ ਡਾਇਰੈਕਸ਼ਨ ਦੇ ਵਿੱਚ ਸਹੀ ਨਹੀਂ ਜਾ ਸਕੇਗੀ। ਤਾਂ ਜਿੰਨੀ ਮੇਰੀ ਸਮਝ ਹੈ ਕਿ ਉਹ ਕਿਉਂ ਨਹੀਂ ਮਿਲੇ ਅੱਜ ਤੱਕ, ਉਹ ਇਸ ਕਰਕੇ ਨਹੀਂ ਮਿਲੇ ਕਿ ਜਿਹੜਾ ਇੰਡੀਅਨ ਸਟੇਟ ਦਾ ਕਰੈਕਟਰ ਹੈ, ਉਹਦੀ ਜਿਹੜੀ ਤਸੀਰ ਹੈ, ਉਹ ਲੋਕ ਪੱਖੀ ਹੈ ਹੀ ਨਹੀਂ। ਪ੍ਰੀਐਂਬਲ ਦੇ ਵਿੱਚ, ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਬੇਸ਼ੱਕ ਲਿਖਿਆ ਹੋਇਆ ਕਿ ਇਹ ਸੋਸ਼ਲਿਸਟ ਕੰਟਰੀ ਹੈ, ਇਹ ਸੈਕੂਲਰ ਕੰਟਰੀ ਹੈ, ਡੈਮੋਕ੍ਰੈਟਿਕ ਕੰਟਰੀ ਹੈ, ਬਟ ਮੈਂ ਕਹਿੰਦਾ ਕਿ ਇਹ ਸੋਸ਼ਲਿਸਟ ਨਹੀਂ ਹੈ, ਇਹ ਕੈਪੀਟਲਿਸਟ ਕੰਟਰੀ ਹੈ, ਇਹ ਡੈਮੋਕ੍ਰੇਸੀ ਨਹੀਂ ਹੈ, ਇਹ ਇੰਪੀਰੀਅਲਿਸਟ ਗਵਰਨਮੈਂਟ ਹੈ, ਇਹ ਤਾਨਾਸ਼ਾਹੀ ਹੈ। ਇੱਥੇ ਸੈਕੂਲਰਿਜ਼ਮ ਤਾਂ ਹੁਣ ਰਹਿ ਹੀ ਨਹੀਂ ਗਿਆ ਹੈ, ਇੱਥੇ ਹਿੰਦੂਤਵ ਨੈਸ਼ਨਲਿਸਟ ਗਵਰਨਮੈਂਟ ਹੈ। ਇਸ ਤਸੀਰ ਵਾਲੀ ਸਰਕਾਰ ਦੇ ਕੋਲੋਂ ਜੇ ਤੁਸੀਂ ਆਸ ਰੱਖੋ ਕਿ ਉਹ ਲੋਕ ਪੱਖੀ ਫੈਸਲੇ ਲੈ ਲਏਗੀ, ਇਹ ਸਾਡਾ ਭੁਲੇਖਾ ਹੈ। ਤੋ ਇਸ ਕਰਕੇ ਮੇਰੀ ਇਹ ਜ਼ਰੂਰ ਬੇਨਤੀ ਆ ਕਿ ਜਦ ਜਿਹੜੇ ਪੁਰਾਣੇ ਸੰਘਰਸ਼ ਨੇ, ਕਿਸਾਨ ਯੂਨੀਅਨ ਦੇ ਸਾਰੇ ਲੀਡਰ ਜਿਹੜੇ ਸੀਗੇ, ਉਹ ਇਸ ਨਹੀਂ ਹੈ ਕਿ ਉਹ ਪੋਲੀਟੀਕਲ ਰੀਜ਼ਨ ਕਰਕੇ ਜਾਂ ਪੋਲੀਟੀਕਲ ਪ੍ਰੈਸ਼ਰ ਕਰਕੇ ਲੜਾਈਆਂ ਛੱਡ ਗਏ ਨੇ ਜਾਂ ਉਹਨਾਂ ਨੇ ਕੋਈ ਅਹੁਦੇ ਲੈ ਲਏ ਨੇ। ਲੜਾਈ ਐਕਚੁਅਲੀ ਹੈ ਬਹੁਤ ਔਖੀ, ਬਹੁਤ ਟਫ ਫਾਈਟ ਹੈ। ਤੁਸੀਂ ਇਹ ਤਸਵੀਰ ਨੂੰ ਸਮਝੋ। ਅਜੇ ਤੱਕ ਮੈਂ ਇਹ ਜ਼ਰੂਰ ਕਹੂੰਗਾ ਕਿ ਅਜੇ ਤੱਕ ਇਸ ਸਤੰਬਰ ਮਹੀਨੇ ਤੋਂ, ਜਦੋਂ ਤੋਂ ਇਹ ਬਿੱਲ ਦਾ ਰੌਲਾ ਚੱਲ ਰਿਹਾ, ਅਜੇ ਸਟਰਗਲ ਨਹੀਂ ਹੈ, ਅਜੇ ਤਾਂ ਮੇਲਾ ਚੱਲ ਰਿਹਾ ਹੈ। ਮੇਲਾ ਇਸ ਸੈਂਸ ਚੱਲ ਰਿਹਾ ਹੈ ਕਿ ਅਜੇ ਨਾ ਪੰਜਾਬ ਸਰਕਾਰ ਨਾ ਸੈਂਟਰ ਸਰਕਾਰ ਨੇ ਆਪਣੇ ਅਸਲ ਰੰਗ ਦਿਖਾਣੇ ਸ਼ੁਰੂ ਨਹੀਂ ਕੀਤੇ। ਜੇ ਐਜੀਟੇਸ਼ਨ ਨੇ ਵੱਧਦਾ ਤਾਂ ਉਹਨਾਂ ਨੇ ਉਹ ਦਿਖਾਣੇ ਸ਼ੁਰੂ ਕਰਨੇ ਨੇ, ਉਹਦੇ ਲਈ ਤੁਸੀਂ ਪ੍ਰਿਪੇਅਰ ਹੋ ਜ਼ਰੂਰ। ਦੋ ਨੁਕਤੇ ਮੈਂ ਐਜੀਟੇਸ਼ਨ ਦੀ ਸਫਲਤਾ ਦੇ ਸੰਬੰਧ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਨੇ ਨੇ ਕਿ ਐਜੀਟੇਸ਼ਨ ਸਫਲ ਕਿੱਦਾਂ ਹੁੰਦੇ ਨੇ। ਐਜੀਟੇਸ਼ਨ ਸਫਲ ਕਰਨ ਦੇ ਲਈ ਪਹਿਲੀ ਜਿਹੜੀ ਬੁਨਿਆਦੀ ਜ਼ਰੂਰਤ ਆ ਉਹ ਵਿਵੇਕ ਦੀ ਆ, ਵਿਚਾਰ ਦੀ ਆ। ਜੇ ਤੁਹਾਡੇ ਵਿੱਚ ਵਿਵੇਕ ਦੇ ਨਾਲ ਵਿਚਾਰ ਕਰਨ ਦੀ ਮੁੱਦਿਆਂ ਨੂੰ ਸਮਰੱਥਾ ਨਹੀਂ ਹੈ, ਤੁਹਾਡਾ ਐਜੀਟੇਸ਼ਨ ਗੁੰਮਰਾਹੀ 'ਚ ਬਦਲ ਜਾਏਗਾ। ਇਹਨੂੰ ਗੁੰਮਰਾਹ ਕਰਨ ਬਹੁਤ ਬੰਦਿਆਂ ਨੇ ਆਣਾ। ਤੇ ਦੂਜਾ ਨੁਕਤਾ ਐਜੀਟੇਸ਼ਨ ਦੇ ਲਈ ਸਿਦਕ ਦਾ ਹੈ। ਤੇ ਵਿਵੇਕ ਤੋਂ ਬਾਅਦ ਤੁਸੀਂ ਸਹੀ ਗੱਲ ਕਰੋਗੇ ਤਾਂ ਤੁਹਾਡੇ ਸਿਦਕ ਪਰਖੇ ਜਾਣੇ ਆ। ਉਹ ਤੁਸੀਂ ਆਪਣੇ ਆਪ ਨੂੰ ਪੁੱਛੋ ਕਿ ਤੁਸੀਂ ਕਿੰਨੀਆਂ ਪਰਖਾਂ ਚੋਂ ਲੰਘ ਸਕਦੇ ਆ। ਤੇ ਤੀਜਾ ਮਸਲਾ ਤਿਆਗ ਦਾ ਹੈ। ਬਹੁਤ ਛੇਤੀ ਜਦੋਂ ਐਜੀਟੇਸ਼ਨ ਸਫਲ ਹੋਣ ਲੱਗ ਜਾਂਦੇ ਆ ਤੇ ਉਹਦੇ ਲਈ ਕ੍ਰੈਡਿਟ ਵਾਰ ਸ਼ੁਰੂ ਹੋ ਜਾਂਦੀ ਹੁੰਦੀ ਬਹੁਤ ਛੇਤੀ। ਤੇ ਕ੍ਰੈਡਿਟ ਵਾਰ ਦੇ ਵਿੱਚ ਜੇ ਤੁਹਾਡੇ 'ਚ ਤਿਆਗ ਨਹੀਂ ਹੈ ਤਾਂ ਤੁਹਾਡੀ ਸਾਰੀ ਸਟਰਗਲ ਤੇ ਤੁਹਾਡਾ ਸਾਰਾ ਵਿਵੇਕ, ਜੇ ਤਿਆਗ ਨਹੀਂ ਹੋਇਆ ਤਾਂ ਉਹ ਰੁਲ ਜਾਣਾ ਹੈ। ਤਾਂ ਸੋ ਇਹ ਤਿੰਨ ਨੁਕਤੇ ਤੁਹਾਡੇ ਵਿੱਚ ਚਾਹੀਦੇ ਨੇ ਤਾਂ ਕਿ ਇਹ ਕਿਸੇ ਸਹੀ ਦਿਸ਼ਾ ਵੱਲ ਜਾ ਸਕੇ। ਤਾਂ ਆਖਰੀ ਨੁਕਤਾ ਜਿਹੜਾ ਹੈਗਾ ਉਹ ਮੈਂ ਇਹ ਸਾਂਝਾ ਕਰਨਾ ਹੈ ਕਿ ਉਹ ਹੈਗਾ ਡਿਸਿਪਲਨ ਦਾ। ਡਿਸਿਪਲਨ ਤੋਂ ਬਿਨਾ ਜਿਹੜੇ ਸ਼ਾਂਤੀਮਈ ਸਟਰਗਲ ਨੇ ਉਹ ਕਿਸੇ ਵੀ ਤਰ੍ਹਾਂ ਜਿੱਤੀਆਂ ਨਹੀਂ ਜਾ ਸਕਦੀਆਂ। ਡਿਸਿਪਲਨ ਦੀ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦੇਣੀ ਚਾਹਨਾ ਕਿ 1920 ਦੇ ਵਿੱਚ ਗੁਰਦੁਆਰਾ ਸੁਧਾਰ ਲਹਿਰ ਦੀ ਸਟਰਗਲ ਆਪਾਂ ਸਾਰੇ ਜਾਣਦੇ ਹਾਂ। ਗੁਰਦੁਆਰਾ ਸੁਧਾਰ ਲਹਿਰ ਦੀ ਸਟਰਗਲ ਦੇ ਵਿੱਚ ਜਦੋਂ ਮੋਰਚੇ ਚੱਲ ਰਹੇ ਸੀਗੇ, ਗ੍ਰਿਫਤਾਰੀਆਂ ਚੱਲ ਰਹੀਆਂ ਸੀਗੀਆਂ, ਤਾਂ ਇੱਕ ਦਿਨ ਜਲੰਧਰ ਜ਼ਿਲ੍ਹੇ ਦਾ ਜਥਾ ਗਿਆ ਗ੍ਰਿਫਤਾਰੀ ਦੇਣ। ਤੇ ਉਹਨਾਂ ਨੇ ਗ੍ਰਿਫਤਾਰੀ ਤੋਂ ਪਹਿਲਾਂ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਫੌਜ ਵਾਂਗੂ ਡਰਿੱਲ ਕੀਤੀ, ਜਿੱਦਾਂ ਫੌਜ ਕਰਦੀ ਹੈ। ਜਦੋਂ ਉਹ ਡਰਿੱਲ ਕੀਤੀ ਤੇ ਉਹਦੀ CID ਰਿਪੋਰਟ ਗਈ। ਜਦੋਂ ਉਹ CID ਰਿਪੋਰਟ ਗਈ, ਉਸ ਤੋਂ ਬਾਅਦ ਜਿਹੜਾ IG ਸੀਗਾ ਪੰਜਾਬ ਦਾ, ਉਹਨੇ ਲਿਖਿਆ ਕਿ ਦੇ ਆਰ ਡਿਸਿਪਲਿਨਡ ਫੋਰਸ, ਸਾਨੂੰ ਇਹਨਾਂ ਨਾਲ ਗੱਲ ਕਰਨੀ ਪੈਣੀ। ਜੇ ਤੁਸੀਂ ਡਿਸਿਪਲਿਨਡ ਫੋਰਸ ਨਹੀਂ ਹੋਵੋਗੇ ਤੁਹਾਡੇ ਨਾਲ ਕਿਸੇ ਨੇ ਗੱਲ ਨਹੀਂ ਕਰਨੀ। ਤੇ ਇੱਥੇ ਡਿਸਿਪਲਿਨ ਦੇ ਲਈ ਕੋਈ ਆਰਗੇਨਾਈਜੇਸ਼ਨਾਂ ਨਹੀਂ ਹੈ, ਸੈਲਫ ਡਿਸਿਪਲਿਨ ਹੀ ਹੈ। ਸੈਲਫ ਡਿਸਿਪਲਿਨ ਦਾ ਇੱਕੋ ਹੀ ਨੁਕਤਾ ਹੁੰਦਾ ਕਿ ਜਿੱਥੇ ਤੁਸੀਂ ਖੜੇ ਆ ਤੁਹਾਡੇ ਵਿੱਚ ਉੱਥੇ ਨਾਲੋਂ ਇੱਕ ਸਟੈਪ ਪਿੱਛੇ ਹਟ ਕੇ ਖੜਨ ਦਾ ਮਾਦਾ ਹੋਏ ਤੇ ਸੈਲਫ ਡਿਸਿਪਲਿਨ ਕ੍ਰੀਏਟ ਹੋ ਜਾਣਾ। ਇਦੋਂ ਬਿਨਾਂ ਗੱਲ ਨਹੀਂ ਬਣਨੀ ਹੈ। ਤੋ ਆਖਰੀ ਨੁਕਤਾ ਜਿਹੜਾ ਇਹਦੀ ਸਟਰਗਲ ਦੀ, ਜਦੋਂ ਇਸ ਸਿਖਰ ਤੇ ਪਹੁੰਚਣਾ, ਉਹਦੇ ਸੰਬੰਧ 'ਚ ਮੈਂ ਬੇਨਤੀ ਕਰੂੰਗਾ
कि बहुत बंदियां ने सलाह देण आनी आ ਇਹਦੇ ਪੋਲੀਟੀਕਲ ਰੂਪ ਬਾਰੇ। तो ਇਹਦੇ ਵਿੱਚ ਬਹੁਤ ਜ਼ਿਆਦਾ ਬਨਗੀ ਦੇ ਬੰਦੇ ਹੋ ਸਕਦੇ ਆ ਜਿਹੜੇ ਇਹਦੇ ਵਿੱਚੋਂ ਬੜੀ ਇਮਾਨਦਾਰੀ ਦੇ ਨਾਲ ਕਿਸੇ ਤਰ੍ਹਾਂ ਦੀ ਪੋਲਿਟਿਕਸ ਦੀ ਗੱਲ ਕਰ ਸਕਦੇ ਹੋਣ। ਉਹ ਮੈਂ ਉਹਦੇ ਖਿਲਾਫ ਨਹੀਂ ਹੈ, ਪਰ ਮੈਂ ਸਿਰਫ ਇੰਨੀ ਗੱਲ ਤੁਹਾਨੂੰ ਕਹਿਣੀ ਚਾਹੂੰਗਾ ਕਿ ਜੇ ਕਿਸਾਨੀ ਦੇ ਮਸਲੇ ਦੇ ਵਿੱਚ ਤੁਸੀਂ ਕਿਸਾਨੀ ਦਾ ਭਾਅ ਮਿੱਥਣ ਦਾ, ਇਹਦੇ ਮੰਡੀਕਰਨ ਦਾ, ਇਹਦੇ ਇੰਟਰਨੈਸ਼ਨਲ ਟ੍ਰੇਡ ਦਾ ਤੇ ਪੰਜਾਬ ਦੇ ਪਾਣੀਆਂ ਦਾ, ਇਹ ਚਾਰ ਮਸਲਿਆਂ ਦੇ ਵਿੱਚ ਹੀ ਖੁਦ ਮੁਖਤਿਆਰੀ ਦੇ ਨੁਕਤੇ ਦੇ ਉੱਤੇ ਲੜ ਲਓਗੇ, ਇਹਦੇ ਵਿੱਚੋਂ ਹੀ ਅਗਲੀ ਪੋਲਿਟਿਕਸ ਹੈ ਜਿਹੜੀ ਉਹ ਬਣ ਜਾਏਗੀ। ਸਿੱਧੀ ਤੁਸੀਂ ਜਿਹੜੀ ਉਹ ਪ੍ਰਚਲਿਤ ਪੋਲਿਟਿਕਸ ਹੈ ਉਹਦੇ ਵੱਲ ਨੂੰ ਦੌੜੋਗੇ ਤੇ ਤੁਸੀਂ ਇੱਕ ਵੀ ਨੁਕਤਾ ਜਿਹੜਾ ਹੈਗਾ ਉਹ ਲੈ ਨਹੀਂ ਸਕੋਗੇ। ਹਾਲਾਂਕਿ ਇਹ ਚਾਰ ਗੱਲਾਂ ਲੈਣੀਆਂ ਸੌਖੀਆਂ ਨਹੀਂ ਹਨ, ਇਹਨਾਂ ਦੇ ਲਈ ਕਨਸਟੀਟਿਊਸ਼ਨਲ ਅਮੈਂਡਮੈਂਟਸ ਦੀ ਲੋੜ ਹੋਣੀ ਆ। ਸੋ ਇਹ ਅਜੇ ਸ਼ੁਰੂਆਤ ਹੈ। ਮੇਰੀ ਅਕਾਲ ਪੁਰਖ ਦੇ ਅੱਗੇ ਇਹੀ ਅਰਦਾਸ ਹੈ ਕਿ ਪਾਤਸ਼ਾਹ ਤੁਹਾਨੂੰ ਸਾਰਿਆਂ ਨੂੰ ਵਿਵੇਕ ਬਖਸ਼ੇ, ਸਿਦਕ ਬਖਸ਼ੇ ਤੇ ਇਸ ਲੜਾਈ ਲੜਨ ਜੋਗਾ ਤਿਆਗ ਤੇ ਸਵੈ ਡਿਸਿਪਲਿਨ ਬਖਸ਼ੇ। ਇੰਨੀਆਂ ਕੁ ਬੇਨਤੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।